ਜਿਵੇਂ ਬਾਸਮਤੀ ਹੈ, ਜਦੋਂ ਬਾਸਮਤੀ ਤੁਸੀਂ ਚੌਲ ਬਾਜ਼ਾਰ ਦੇ ਵਿੱਚ ਲੈਣ ਜਾਂਦੇ ਹੋ ਤਾਂ ਤੁਹਾਨੂੰ 120 ਰੁਪਏ ਕਿਲੋ, 100 ਰੁਪਏ ਕਿਲੋ, 150 ਰੁਪਏ ਕਿਲੋ ਤੱਕ ਵਿਕਦੇ ਨੇ। ਲੇਕਿਨ ਜਦੋਂ ਕਿਸਾਨ ਮੰਡੀ 'ਚ ਸੁੱਟਦਾ ਦਿੰਦਾ ਉਹਦਾ ਰੇਟ ਹੁੰਦਾ 3536 ਰੁਪਏ, 3500 3600। ਕਿਉਂ? ਕਿਉਂਕਿ ਉਹਦੇ ਸਰਕਾਰੀ ਤੌਰ ਤੇ ਖਰੀਦ ਨਹੀਂ ਹੁੰਦੀ। ਦੇਖੋ ਬਿਲਕੁਲ ਰਾਜਨੀਤੀ ਹੋ ਰਹੀ ਹੈ। ਅਕਾਲੀ ਦਲ ਜਿਹੜਾ ਪਹਿਲਾਂ ਇਸ ਬਿੱਲ ਦੇ ਫਾਇਦੇ ਦੱਸ ਰਿਹਾ ਸੀ, ਅੱਜ ਯਕਦਮ ਯੂ ਟਰਨ ਮਾਰ ਕੇ ਅਸਤੀਫਾ ਦੇ ਗਏ ਨੇ ਤੇ ਕਹਿ ਰਹੇ ਨੇ ਜੀ ਇਹ ਬਿੱਲ ਕਿਸਾਨਾਂ ਦੇ ਵਿਰੁੱਧ ਹੀ ਹੈ। ਕੀ ਤੁਹਾਨੂੰ ਇਹਦਾ ਵਿਰੋਧ ਅੱਜ ਪਤਾ ਲੱਗਿਆ? ਇਸ ਤੋਂ ਪਹਿਲਾਂ ਤੁਸੀਂ ਫਾਇਦੇ ਦੱਸ ਰਹੇ ਸੀ, ਫਿਰ ਤੁਸੀਂ ਪੰਜਾਬ ਦੇ ਕਿਸਾਨਾਂ ਨੂੰ ਧੋਖਾ ਦੇਣ ਲੱਗੇ। ਤੁਸੀਂ ਇਹ ਗੱਲ ਕਹੀ ਸਾਨੂੰ ਪਤਾ ਹੀ ਨਹੀਂ ਚੱਲਿਆ, ਅਸੀਂ ਬਿੱਲ ਪੜ੍ਹਿਆ ਹੀ ਨਹੀਂ। ਤੇ ਜਿਹੜੇ ਬੰਦੇ ਨੇ ਕੋਈ ਚੀਜ਼ ਪੜ੍ਹੀ ਨਾ ਹੋਵੇ ਉਹ ਨਾ ਉਹਦੇ ਫਾਇਦੇ ਦੱਸ ਸਕਦਾ, ਨਾ ਨੁਕਸਾਨ ਦੱਸ ਸਕਦਾ। ਸਰਕਾਰ ਵੱਲੋਂ ਕਿਸਾਨ ਲਈ ਜੋ ਆਰਡੀਨੈਂਸ ਲਿਆਂਦਾ ਜਾ ਰਿਹਾ ਹੈ, ਜਿਸ ਵਿੱਚ ਕਿਸਾਨ ਆਪਣੀ ਫਸਲ ਨੂੰ ਸਰਕਾਰੀ ਮੁੱਲ ਤੇ ਨਹੀਂ ਬਲਕਿ ਪ੍ਰਾਈਵੇਟ ਉਦਯੋਗਪਤੀ ਇਸ ਨੂੰ ਆਪਣੇ ਹਿਸਾਬ ਨਾਲ ਖਰੀਦਣ, ਜਿਸ ਦਾ ਕਿਸਾਨ ਭਾਈਚਾਰੇ ਵੱਲੋਂ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਤੇ ਐਡਵੋਕੇਟ ਪਰਮਿੰਦਰ ਸਿੰਘ ਢਿੰਗਰਾ ਦਾ ਕਹਿਣਾ ਹੈ ਕਿ ਜੋ ਆਰਡੀਨੈਂਸ ਸਰਕਾਰ ਲਿਆ ਰਹੀ ਹੈ ਇਹ ਕਿਸਾਨਾਂ ਲਈ ਹੀ ਨਹੀਂ ਬਲਕਿ ਆਮ ਲੋਕਾਂ ਲਈ ਵੀ ਬਹੁਤ ਨੁਕਸਾਨਦੇਹ ਸਾਬਿਤ ਹੋਵੇਗਾ। ਇਹ ਕਿਸਾਨ ਵਿਰੋਧ ਇਸ ਕਰਕੇ ਕਰ ਰਹੇ ਇਹਦਾ ਕਿਉਂ ਜੀ, ਕੇਂਦਰ ਸਰਕਾਰ ਜੋ ਕਣਕ ਤੇ ਝੋਨੇ ਦੀ ਪੰਜਾਬ ਦੇ ਵਿੱਚ ਸਰਕਾਰੀ ਤੌਰ ਤੇ ਖਰੀਦ ਹੁੰਦੀ ਹੈ ਉਹ ਖਰੀਦ ਨੂੰ ਖਤਮ ਕਰਨ ਜਾ ਰਹੀ ਹੈ, ਜਿਹਦੇ ਨਾਲ ਕਿਸਾਨਾਂ ਦੀ ਜਿਹੜੀ ਫਸਲ ਹੈ ਉਹਨੂੰ ਖਰੀਦਣਾ ਯਕੀਨੀ ਨਹੀਂ ਰਹਿ ਜਾਵੇਗਾ। ਔਰ ਸਾਡੀ ਪ੍ਰਾਈਵੇਟ ਕੰਪਨੀਆਂ ਆ ਰਹੀਆਂ ਨੇ, ਉਹਨਾਂ ਦੀ ਮਰਜ਼ੀ ਕਿਸਾਨ ਦੀ ਜਿਣਸ ਨੂੰ ਖਰੀਦਣ ਚਾਹੇ ਨਾ ਖਰੀਦਣ ਔਰ ਜਿਸ ਭਾਅ 'ਤੇ ਮਰਜ਼ੀ ਖਰੀਦਣ। ਔਰ ਸਰਕਾਰ ਬਾਰ-ਬਾਰ ਕਹਿ ਰਹੀ ਹੈ ਵੀ ਅਸੀਂ MSP ਨੂੰ ਖਤਮ ਨਹੀਂ ਕਰਨ ਜਾ ਰਹੇ। MSP ਜੇਕਰ ਖਤਮ ਨਹੀਂ ਕਰਨ ਜਾ ਰਹੇ ਉਹਦੀ ਸਰਕਾਰੀ ਤੌਰ 'ਤੇ ਖਰੀਦ ਬੰਦ ਹੋਣ ਜਾ ਰਹੀ ਹੈ। ਜਿਹਦੀ ਸਰਕਾਰੀ ਤੌਰ 'ਤੇ ਖਰੀਦ ਬੰਦ ਹੋ ਜਾਂਦੀ ਹੈ ਉਦੋਂ ਜਦੋਂ ਪ੍ਰਾਈਵੇਟ ਕੰਪਨੀਆਂ ਆ ਜਾਂਦੀਆਂ ਨੇ ਉਹਨਾਂ ਦੀ ਮਰਜ਼ੀ ਹੈ ਕਿ ਉਸ ਜਿਣਸ ਨੂੰ ਜਿਸ ਭਾਅ 'ਤੇ ਮਰਜ਼ੀ ਖਰੀਦਣ। ਇਸ ਤੋਂ ਪਹਿਲਾਂ ਜੋ ਦੇਸ਼ ਦੇ ਵਿੱਚ ਵੈਸੇ MSP ਤੁਹਾਨੂੰ ਦੱਸਦੇ ਹਾਂ ਵੀ 22 ਚੀਜ਼ਾਂ ਦੇ MSP ਹੈਗੀ ਹੈ, ਲੇਕਿਨ ਇਸੇ ਤਰ੍ਹਾਂ ਮੱਕੀ ਤੇ ਵੀ MSP ਹੈ। ਲੇਕਿਨ ਪੰਜਾਬ ਦੇ ਵਿੱਚ ਮੱਕੀ ਦੀ ਸਰਕਾਰੀ ਤੌਰ ਤੇ ਖਰੀਦ ਨਹੀਂ ਹੁੰਦੀ। ਮੱਕੀ ਦੀ ਸਰਕਾਰੀ ਤੌਰ ਤੇ ਖਰੀਦ ਨਾ ਹੋਣ ਕਰਕੇ ਮੱਕੀ ਦਾ MSP 1850 ਰੁਪਏ ਆ। ਲੇਕਿਨ ਜਦੋਂ ਉਹਦੀ ਖਰੀਦ ਕੀਤੀ ਹੋਈ ਹੈ ਇਸ ਸਾਲ 600 ਤੋਂ 700 ਰੁਪਏ ਭਾਅ ਰਿਹਾ ਮੱਕੀ ਦਾ। ਪਿਛਲੇ ਸਾਲ ਮੱਕੀ ਦਾ ਭਾਅ 1300 ਰੁਪਇਆ ਸੀਗਾ। ਖੇਤੀ ਲਾਗਤ ਵੱਧ ਗਈ, ਡੀਜ਼ਲ ਦਾ ਭਾਅ ਵੱਧ ਗਿਆ, ਲੇਕਿਨ ਜਿਹੜੀ ਉਹਦੀ ਖਰੀਦ ਸੀ ਉਹ 600 ਰੁਪਏ ਤੋਂ ਹੋਈ, ਜਦ ਕਿ MSP 1850 ਰੁਪਏ ਹੈ ਕਿਉਂ ਜੋ ਉਹਦੀ ਸਰਕਾਰੀ ਤੌਰ ਤੇ ਖਰੀਦ ਨਹੀਂ ਰਹੀ। ਇਹੀ ਉਹ ਹਾਲਾਤ ਕਣਕ ਤੇ ਝੋਨੇ ਦੇ ਹੁਣ ਜਾ ਰਹੇ ਨੇ, ਜਿਹਦੇ ਕਰਕੇ ਪੰਜਾਬ ਦੇ ਕਿਸਾਨ ਵਿਰੋਧ ਕਰ ਰਹੇ ਨੇ। ਔਰ ਸਰਕਾਰ ਕਿਸਾਨਾਂ ਨੂੰ ਵਰਗਲਾ ਰਹੀ ਹੈ, ਧੋਖਾ ਦੇਣ ਜਾ ਰਹੀ ਹੈ, ਗੱਲ ਕਹਿ ਕੇ ਵੀ ਇੱਕ ਦੇਸ਼ ਇੱਕ ਮੰਡੀ। ਔਰ ਇਹ ਉਸ ਤੋਂ ਵੱਡੀ ਘਾਤਕ ਗੱਲ ਹੈ, ਜਿਹੜਾ ਜਲੰਧਰ ਦਾ ਕਿਸਾਨ ਹੈ ਕੀ ਉਹ ਫਸਲ ਵੇਚਣ ਆਪਣੀ ਗੁੜਗਾਵਾਂ ਜਾਵੇਗਾ, ਉਹ ਬੰਬੇ ਜਾਵੇਗਾ, ਉਹ ਮਹਾਰਾਸ਼ਟਰ ਦੇ ਵਿੱਚ ਜਾਂ ਕਿਸੇ ਹੋਰ ਸ਼ਹਿਰ 'ਚ ਜਾਵੇਗਾ ਜਾਂ ਮੱਧ ਪ੍ਰਦੇਸ਼ ਦੇ ਵਿੱਚ ਜਾਵੇਗਾ। ਜਿਹੜੀ ਜਿਣਸ ਜਿਸ ਥਾਂ ਪੈਦਾ ਹੋਈ ਉਹਦੀ ਵਰਤੋਂ ਵੀ ਉੱਥੇ ਹੋਣੀ ਹੁੰਦੀ, ਉਹਦੀ ਵਿਕਰੀ ਵੀ ਉੱਥੇ ਹੋਣੀ ਚਾਹੀਦੀ ਹੈ। ਔਰ ਜੋ ਅੱਜ ਤੱਕ ਹੋ ਰਹੀ ਹੈ, ਜੇਕਰ ਕਿਸਾਨ ਦੀ ਜਿਣਸ ਦੀ ਵੇਚ ਹੀ ਨਾ ਹੋਈ ਉਹਦੀ ਤਾਂ ਉਹ ਕਿਸਾਨ ਦੇ ਲਈ ਜਿਹੜੀ ਘਾਟੇ ਵਾਲਾ ਸੌਦਾ ਸਾਬਤ ਹੋਵੇਗਾ। ਜਿਸ ਤਰ੍ਹਾਂ ਬਾਕੀ ਫਸਲਾਂ ਜਿਨ੍ਹਾਂ ਦੀ ਸਰਕਾਰੀ ਤੌਰ ਤੇ ਖਰੀਦ ਨਹੀਂ ਹੈਗੀ ਉਹ ਕਿਸਾਨ ਇਸ ਕਰਕੇ ਨਹੀਂ ਉਹਨੂੰ ਬੀਜਦਾ ਕਿਉਂ ਜੋ ਉਹ ਘਾਟੇ ਵਾਲਾ ਸੌਦਾ ਉਹਦੀ ਖਰੀਦ ਨਹੀਂ ਹੁੰਦੀ। ਮੈਂ ਤੁਹਾਨੂੰ ਮਿਸਾਲ ਦੇ ਤੌਰ ਤੇ ਦੱਸਦੇ ਹਾਂ, ਜਿਵੇਂ ਬਾਸਮਤੀ ਹੈ, ਜਦੋਂ ਬਾਸਮਤੀ ਤੁਸੀਂ ਚੌਲ ਬਾਜ਼ਾਰ ਦੇ ਵਿੱਚ ਲੈਣ ਜਾਂਦੇ ਹੋ ਤਾਂ ਤੁਹਾਨੂੰ 120 ਰੁਪਏ ਕਿਲੋ, 100 ਰੁਪਏ ਕਿਲੋ, 150 ਰੁਪਏ ਕਿਲੋ ਤੱਕ ਵਿਕਦੇ ਨੇ। ਲੇਕਿਨ ਜਦੋਂ ਕਿਸਾਨ ਮੰਡੀ 'ਚ ਸੁੱਟਦਾ ਦਿੰਦਾ ਉਹਦਾ ਰੇਟ ਹੁੰਦਾ 3536 ਰੁਪਏ, 3500 3600। ਕਿਉਂ? ਕਿਉਂਕਿ ਉਹਦੀ ਸਰਕਾਰੀ ਤੌਰ ਤੇ ਖਰੀਦ ਨਹੀਂ ਹੁੰਦੀ। ਇਸੇ ਕਰਕੇ ਕਿਸਾਨ ਦਾ ਪੰਜਾਬ ਦਾ ਕਿਸਾਨ ਚਿੰਤਤ ਹੈ ਜੋ ਵੱਡੇ ਪੱਧਰ ਤੇ ਕਣਕ ਦੇ ਝੋਨੇ ਦੀ ਖੇਤੀ ਕਰਦਾ। ਇਹਦੇ ਨਾਲ ਕਿਸਾਨ ਦੇ ਹੱਕ ਤੇ ਡਾਕਾ ਵੱਜਣ ਜਾ ਰਿਹਾ। ਕਿਸਾਨ ਨੂੰ ਆਪਣਾ ਜਿਹੜਾ ਭਵਿੱਖ ਉਹ ਧੁੰਦਲਾ ਦਿਸ ਰਿਹਾ, ਜਿਹਦੇ ਕਰਕੇ ਪੰਜਾਬ ਦੇ ਕਿਸਾਨ ਇਹਦੇ ਵਿੱਚ ਸੰਘਰਸ਼ ਕਰ ਰਹੇ ਨੇ। MSP ਅਗਰ ਖਤਮ ਹੋ ਜਾਂਦੀ ਹੈ ਜੋ ਬਿਆਨ ਆਇਆ ਉਹਦੇ ਕੀ ਕਹਿਣਾ? ਦੇਖੋ MSP ਸਰਕਾਰ ਬਾਰ-ਬਾਰ ਕਹਿ ਰਹੀ ਹੈ ਵੀ ਅਸੀਂ MSP ਨਹੀਂ ਖਤਮ ਕਰ ਰਹੇ। MSP ਖਤਮ ਨਹੀਂ ਕਰ ਰਹੇ ਮਗਰ ਉਹ ਇਹਦੀ ਸਰਕਾਰੀ ਤੌਰ ਤੇ ਖਰੀਦ ਖਤਮ ਕਰਨ ਜਾ ਰਹੇ ਨੇ। ਜਦੋਂ ਖਰੀਦ ਹੀ ਖਤਮ ਹੋ ਗਈ ਫਿਰ MSP ਦਾ ਕੋਈ ਮਾਇਨਾ ਨਹੀਂ ਰਹਿ ਜਾਂਦਾ। ਔਰ ਇਹਦੇ ਵਿੱਚ ਜੋ ਆਮ ਇਕੱਲੇ ਕਿਸਾਨ ਹੀ ਨਹੀਂ, ਇਹ ਆਮ ਲੋਕਾਂ ਵਾਸਤੇ ਵੀ ਬੜਾ ਘਾਤਕ ਕਰਨ ਜਾ ਰਹੇ ਨੇ ਕਿਉਂਕਿ ਜੋ ਜ਼ਰੂਰੀ ਵਸਤਾਂ ਦੀ ਖਰੀਦ ਐਸੈਂਸ਼ੀਅਲ ਕਮੋਡਿਟੀ ਐਕਟ ਹੈ ਉਹਦੇ ਵਿੱਚ ਸਰਕਾਰ ਨੇ ਅਮੈਂਡਮੈਂਟ ਕਰ ਦਿੱਤੀ ਹੈ। ਉਹਦੇ ਵਿੱਚ ਕਣਕ, ਚੌਲ, ਦਾਲਾਂ, ਬੀਜ, ਤੇਲ, ਆਲੂ, ਪਿਆਜ਼ ਇਹ ਸਾਰੀਆਂ ਚੀਜ਼ਾਂ ਨੂੰ ਐਸੈਂਸ਼ੀਅਲ ਕਮੋਡਿਟੀ ਲਿਸਟ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਔਰ ਸਰਕਾਰ ਇਹਦੇ ਵਿੱਚ ਉਦੋਂ ਹੀ ਦਖਲਅੰਦਾਜ਼ੀ ਕਰ ਸਕਦੀ ਹੈ ਜਦੋਂ ਉਹਦੀ ਜਿਣਸ ਦਾ ਭਾਅ 2 ਗੁਣਾ ਤੋਂ ਜ਼ਿਆਦਾ ਹੋ ਜਾਵੇ। ਜੇ ਮਿਸਾਲ ਦੇ ਤੌਰ ਤੇ ਲਾ ਲਓ, ਸਰੋਂ ਦਾ ਤੇਲ 100 ਰੁਪਏ ਕਿਲੋ ਰੇਟ ਆ ਸਰਕਾਰੀ ਪੱਧਰ ਤੇ, ਜਦੋਂ 200 ਰੁਪਏ ਤੋਂ ਉੱਤੇ ਹੋ ਜਾਏਗਾ ਫਿਰ ਸਰਕਾਰ ਦਖਲ ਕਰ ਸਕਦੀ ਹੈ। ਕਣਕ 22 ਰੁਪਏ ਦੀ ਲੈ ਕੇ ਉਹ 44 ਰੁਪਏ ਤੱਕ ਵੇਚਣ ਦਾ ਤੇ ਸਰਕਾਰ ਨੇ ਉਹਨੂੰ ਲਾਇਸੈਂਸ ਦੇ ਦਿੱਤਾ, ਉਦੋਂ ਤੱਕ ਸਰਕਾਰ ਇੰਟਰਫੇਅਰ ਨਹੀਂ ਕਰ ਸਕਦੀ। ਜਦੋਂ ਉਹਦਾ ਭਾਅ ਉਸ ਤੋਂ ਵੱਧ ਜਾਵੇਗਾ ਤਾਂ ਸਰਕਾਰ ਉਹ 'ਚ ਦਖਲਅੰਦਾਜ਼ੀ ਕਰੇਗੀ। ਇਹਦੇ ਨਾਲ ਇਕੱਲੇ ਕਿਸਾਨ ਹੀ ਨਹੀਂ, ਕਿਸਾਨ ਜਾਗਰੂਕ ਨੇ, ਇਸ ਕਰਕੇ ਉਹ ਪਹਿਲਾਂ ਸੜਕਾਂ 'ਤੇ ਆ ਗਏ ਨੇ। ਇਹਦੇ ਨਾਲ ਜੋ ਗਰੀਬ ਨੇ, ਕਾਰਖਾਨੇਦਾਰ ਨੇ, ਜੋ ਮਜ਼ਦੂਰ ਨੇ, ਜੋ ਦਲਿਤ ਨੇ,
ਉਹਨਾਂ ਦਾ ਬੜੇ ਵੱਡੇ ਪੱਧਰ ਤੇ ਇਹਦੇ 'ਚ ਸ਼ੋਸ਼ਣ ਹੋਣ ਜਾ ਰਿਹਾ। ਇਹਦੇ ਵਿੱਚ ਚਾਹੀਦਾ ਤੇ ਇਹ ਹੈ ਵੀ ਦੇਸ਼ ਦੇ ਸਮੁੱਚੇ ਲੋਕ ਇਸ ਸੰਘਰਸ਼ ਦੇ ਵਿੱਚ ਇਕੱਠੇ ਹੋ ਕੇ ਸੜਕਾਂ ਤੇ ਆਉਣ ਔਰ ਸਰਕਾਰ ਨੂੰ ਮਜਬੂਰ ਕਰ ਦੇਣ ਕਿ ਉਹ ਪਹਿਲਾਂ ਵਾਲਾ ਸਿਸਟਮ ਨੂੰ ਲਾਗੂ ਕਰਦੇ ਹੋਏ ਔਰ ਇਹ ਜੋ ਆਰਡੀਨੈਂਸ ਪਾਸ ਕੀਤੇ ਗਏ ਨੇ ਇਹਨਾਂ ਨੂੰ ਸਰਕਾਰ ਵਾਪਸ ਲਵੇ। ਇਸ ਬਿੱਲ ਨੂੰ ਲੈ ਕੇ ਕਿਤੇ ਨਾ ਕਿਤੇ ਰਾਜਨੀਤਿਕ ਖੇਡ ਵੀ ਹੋ ਰਿਹਾ। ਦੇਖੋ ਬਿਲਕੁਲ ਰਾਜਨੀਤੀ ਹੋ ਰਹੀ ਹੈ। ਅਕਾਲੀ ਦਲ ਜਿਹੜਾ ਪਹਿਲਾਂ ਇਸ ਬਿੱਲ ਦੇ ਫਾਇਦੇ ਦੱਸ ਰਿਹਾ ਸੀ, ਅੱਜ ਯਕਦਮ ਯੂ ਟਰਨ ਮਾਰ ਕੇ ਅਸਤੀਫਾ ਦੇ ਗਏ ਨੇ ਤੇ ਕਹਿ ਰਹੇ ਨੇ ਜੀ ਇਹ ਬਿੱਲ ਕਿਸਾਨਾਂ ਦੇ ਵਿਰੁੱਧ ਹੀ ਹੈ। ਕੀ ਤੁਹਾਨੂੰ ਇਹਦਾ ਵਿਰੋਧ ਅੱਜ ਪਤਾ ਲੱਗਿਆ? ਇਸ ਤੋਂ ਪਹਿਲਾਂ ਤੁਸੀਂ ਫਾਇਦੇ ਦੱਸ ਰਹੇ ਸੀ, ਫਿਰ ਤੁਸੀਂ ਪੰਜਾਬ ਦੇ ਕਿਸਾਨਾਂ ਨੂੰ ਧੋਖਾ ਦੇਣ ਲੱਗੇ। ਤੁਸੀਂ ਇਹ ਗੱਲ ਕਹੀ ਸਾਨੂੰ ਪਤਾ ਹੀ ਨਹੀਂ ਚੱਲਿਆ, ਅਸੀਂ ਬਿੱਲ ਪੜ੍ਹਿਆ ਹੀ ਨਹੀਂ। ਤੇ ਜਿਹੜੇ ਬੰਦੇ ਨੇ ਕੋਈ ਚੀਜ਼ ਪੜ੍ਹੀ ਨਾ ਹੋਵੇ ਉਹ ਨਾ ਉਹਦੇ ਫਾਇਦੇ ਦੱਸ ਸਕਦਾ ਨਾ ਨੁਕਸਾਨ ਦੱਸ ਸਕਦਾ। ਉਹਨਾਂ ਨੇ ਬਿੱਲ ਪੜ੍ਹਿਆ ਸੀ, ਉਹ ਗੁੰਮਰਾਹ ਕਰ ਰਹੇ ਸੀ ਪੰਜਾਬ ਦੇ ਕਿਸਾਨਾਂ ਨੂੰ। ਜਦੋਂ ਉਹਨਾਂ ਨੇ ਦੇਖਿਆ ਵੀ ਪੰਜਾਬ ਦੇ ਕਿਸਾਨ ਇੱਕ ਤਰਫਾ ਹੋ ਗਏ ਨੇ ਔਰ ਅਕਾਲੀ ਦਲ ਦਾ ਵਿਰੋਧ ਕਰ ਰਹੇ ਨੇ ਤੇ ਉਹਨਾਂ ਨੇ ਯਕਦਮ ਯੂ ਟਰਨ ਮਾਰਦੇ ਹੋਏ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਕਿ ਅਸੀਂ ਪੰਜਾਬ ਦੇ ਕਿਸਾਨਾਂ ਦੇ ਨਾਲ। ਅਸਲ ਦੇ ਵਿੱਚ ਉਹਨਾਂ ਨੂੰ ਆਪਣੀ ਜੋ ਜ਼ਮੀਨ ਖਿਸਕਦੀ ਜਾ ਰਹੀ ਹੈ ਉਹਦੀ ਚਿੰਤਾ ਪੰਜਾਬ ਦੇ ਕਿਸਾਨਾਂ ਦੀ ਕੋਈ ਵੀ ਧਿਰ ਚਿੰਤਾ ਨਹੀਂ ਕਰ ਰਹੀ ਔਰ ਕਿਸਾਨ ਆਪਣਾ ਸੰਘਰਸ਼ ਆਪ ਕਰ ਰਹੇ ਨੇ। ਜੇ ਆਰਡੀਨੈਂਸ ਪੂਰੀ ਤਰ੍ਹਾਂ ਲਾਗੂ ਵੀ ਹੋ ਜਾਂਦੇ ਆ ਵੀ ਜਾਂਦੇ ਨੇ, ਆਮ ਲੋਕਾਂ ਦੇ ਨਾਲ ਕਿਸਾਨਾਂ ਦੇ ਕੀ ਹਾਲਾਤ ਹੋ ਜਾਣਗੇ? ਕਿਸਾਨਾਂ ਦੇ ਹਾਲਾਤ ਇਹਦੇ ਨਾਲ ਬਹੁਤ ਖਰਾਬ ਹੋ ਜਾਣਗੇ। ਕਿਸਾਨ ਨੂੰ ਇੱਕ ਬੇਯਕੀਨੀ ਵਾਲਾ ਮਾਹੌਲ ਪੈਦਾ ਹੋ ਜਾਏਗਾ ਵੀ ਉਹਦੀ ਜਿਣਸ ਕਿਸੇ ਨੇ ਖਰੀਦਣੀ ਹੈ ਵੀ ਕਿ ਨਹੀਂ ਖਰੀਦਣੀ ਵੀ ਹੈ ਤੇ ਕਿਸ ਭਾਅ ਤੇ ਖਰੀਦਣੀ ਹੈ ਇਹਦਾ ਕੋਈ ਜ਼ਰੂਰੀ ਨਹੀਂ ਰਹਿ ਜਾਏਗਾ। ਕਿਉਂ? MSP ਹੋਵੇਗਾ ਲੇਕਿਨ ਸਰਕਾਰੀ ਖਰੀਦ ਨਹੀਂ ਹੋਵੇਗੀ। ਮੈਂ ਤੁਹਾਨੂੰ ਦੱਸ ਦਿਆਂ, ਮੱਕੀ ਤੇ 1850 ਰੁਪਏ MSP ਹੈ, ਮੱਕੀ ਵਿਕੀ 600 ਰੁਪਏ ਤੇ। ਪਿਛਲੇ ਸਾਲ ਮੱਕੀ ਦਾ ਭਾਅ 1300 ਸੀ, ਇਸ ਸਾਲ ਉਹ ਰੇਟ ਘਟ ਕੇ 600 ਤੋਂ 700 ਰੁਪਏ ਰਹਿ ਗਿਆ ਕਿਉਂਕਿ ਉਹਦੀ ਸਰਕਾਰੀ ਤੌਰ ਤੇ ਖਰੀਦ ਬੰਦ ਹੋ ਗਈ। ਵਪਾਰੀਆਂ ਦੀ ਲੁੱਟ ਵੱਧ ਜਾਏਗੀ। ਜਿਹੜੇ ਜ਼ਖੀਰੇਬਾਜ਼ ਨੇ ਜਿਨ੍ਹਾਂ ਨੇ ਇਹਦਾ ਭੰਡਾਰ ਕਰਨਾ ਉਹਨਾਂ ਨੇ ਦੇਸ਼ ਦੇ ਆਮ ਜੋ ਲੋਕ ਨੇ ਉਹਨਾਂ ਦੀ ਲੁੱਟ ਹੋਵੇਗੀ। ਜਿਵੇਂ ਮੱਕੀ ਉਹਨਾਂ ਨੇ 600 ਰੁਪਏ ਨੂੰ ਖਰੀਦ ਕਰਕੇ 30 ਤੋਂ 32 ਰੁਪਏ ਕਿਲੋ ਦੇ ਹਿਸਾਬ ਨਾਲ ਮੱਕੀ ਦਾ ਆਟਾ ਵੇਚਿਆ। ਜਦੋਂ ਉਹ ਪੌਪਕੌਰਨ ਬੱਚੇ ਖਾਂਦੇ ਨੇ ਉਹਦੀ ਖਰੀਦ ਵੇਚ ਕਿਸ ਭਾਅ ਤੇ ਹੁੰਦੀ ਹੈ? ਉਹੀ ਉਹ ਪੌਪਕੌਰਨ ਜਦੋਂ ਵੱਡੇ ਵੱਡੇ ਮਾਲਸ ਦੇ ਵਿੱਚ ਜਾ ਕੇ ਵਿਕਦੇ ਉਹ 100 ਗ੍ਰਾਮ 150 ਗ੍ਰਾਮ ਦੇ ਪੈਕਟ ਦਾ 200 ਤੋਂ 250 ਰੁਪਏ ਲੈ ਲੈਂਦੇ ਨੇ। ਉਹ 2 ਤੋਂ 2500 ਰੁਪਏ ਕਿਲੋ ਤੱਕ ਵੇਚ ਲੈਂਦੇ ਨੇ ਤੇ ਲੇਕਿਨ ਜਦੋਂ ਕਿਸਾਨ ਕੋ ਖਰੀਦਦੇ ਨੇ ਤੇ ਉਹਦਾ ਮੁੱਲ ਲਾਉਂਦੇ ਨੇ 6 ਰੁਪਏ ਕਿਲੋ। ਸੋ ਇਹ ਜਿੰਨੀ ਵੱਡੀ ਲੁੱਟ ਹੋਣ ਜਾ ਰਹੀ ਹੈ, ਇਸ ਲੁੱਟ ਦਾ ਹਰੇਕ ਦੇਸ਼ ਦਾ ਵਾਸੀ ਸ਼ਿਕਾਰ ਹੋਣ ਜਾ ਰਿਹਾ ਔਰ ਖਾਸ ਤੌਰ ਜਿਹੜਾ ਪੰਜਾਬ ਦਾ ਕਿਸਾਨ ਹੈ, ਹਰਿਆਣੇ ਦਾ ਕਿਸਾਨ ਹੈ ਔਰ ਦੇਸ਼ ਦੇ ਵਿੱਚ ਜਿੱਥੇ ਕਿਤੇ ਵੀ ਇਸ ਐਕਟ ਦਾ ਜਿਨ੍ਹਾਂ ਨੂੰ ਫਾਇਦਾ ਮਿਲਦਾ ਸੀ MSP ਲਾਗੂ ਹੋਣ ਦੇ ਨਾਲ, ਸਰਕਾਰੀ ਤੌਰ ਤੇ ਖਰੀਦ ਹੋਣ ਦੇ ਨਾਲ, ਉਹਨਾਂ ਸਾਰਿਆਂ ਦੇ ਵੱਡੇ ਪੱਧਰ ਤੇ ਸ਼ੋਸ਼ਣ ਹੋਵੇਗਾ। ਦੇਸ਼ ਦੇ ਵਿੱਚ ਮੁੜ ਤੋਂ ਜੋ ਇੱਕ ਪ੍ਰਥਾ ਚੱਲਦੀ ਆ ਰਹੀ ਸੀਗੀ, ਇੱਕ ਭੂਮੀ ਸਵਾਮੀ ਇੱਕ ਭੂਮੀਹੀਨ, ਉਹਦੇ ਉਸ ਪਾਸੇ ਵੱਲ ਨੂੰ ਦੇਸ਼ ਵੱਧਦਾ ਜਾ ਰਿਹਾ ਔਰ ਪੰਜਾਬ ਦੇ ਕਿਸਾਨ ਨੂੰ ਉਹਦੀਆਂ ਜ਼ਮੀਨਾਂ ਦੇ ਵਿੱਚ ਹੀ ਮਜ਼ਦੂਰ ਦੇ ਤੌਰ ਤੇ ਕੰਮ ਕਰਵਾਉਣ ਦੇ ਪਾਸੇ ਇਹ ਸਰਕਾਰ ਜਾ ਰਹੀ ਹੈ। ਕਿਸਾਨਾਂ ਨੂੰ ਕੀ ਕਹਿਣਾ ਚਾਹੁੰਦੇ? ਪੰਜਾਬ ਦੇ ਕਿਸਾਨ, ਹਰਿਆਣੇ ਦੇ ਕਿਸਾਨ ਜੋ ਸੰਘਰਸ਼ ਕਰ ਰਹੇ ਨੇ ਉਹਨਾਂ ਨੂੰ ਇਹੀ ਚਾਹੀਦਾ ਉਹ ਇਸੇ ਤਰ੍ਹਾਂ ਸੰਘਰਸ਼ ਕਰਨ ਔਰ ਦੇਸ਼ ਦੀ ਸਰਕਾਰ ਨੂੰ ਮਜਬੂਰ ਕਰ ਦੇਣ ਕਿ ਜਦ ਤੱਕ ਇਹ ਫੈਸਲੇ ਰੱਦ ਨਹੀਂ ਹੋ ਜਾਂਦੇ, ਜੋ ਬਿੱਲ ਪਾਸ ਕੀਤੇ ਨੇ, ਬਿੱਲ ਨੂੰ ਸਰਕਾਰ ਵਾਪਸ ਨਹੀਂ ਲੈ ਲੈਂਦੀ ਜਾਂ ਉਹਦੇ 'ਚ ਅਮੈਂਡਮੈਂਟ ਨਹੀਂ ਕਰ ਦਿੱਤੀ, ਪੰਜਾਬ ਦੇ ਕਿਸਾਨਾਂ ਨੂੰ ਇਹ ਸੰਘਰਸ਼ ਲੜਦੇ ਰਹਿਣਾ ਚਾਹੀਦਾ।